पाठ नंबर 13 ਭਾਰਤ 200 ਈਸਵੀ ਪੂਰਵ ਤੋਂ 300 ਈਸਵੀ ਪੂਰਵ ਤੱਕ। ਇਸ ਤੋਂ ਪਹਿਲਾਂ ਅਸੀਂ ਪਾਠ ਨੰਬਰ 12 ਪੜ੍ਹਿਆ ਸੀ 300 ਈਸਵੀ ਪੂਰਵ ਤੋਂ ਲੈ ਕੇ 200 ਈਸਵੀ ਪੂਰਵ ਤੱਕ, ਜਿਸ ਦੇ ਵਿੱਚ ਅਸੀਂ ਮੌਰਿਆ, ਉਸਦਾ ਚੰਦਰਗੁਪਤ ਮੌਰਿਆ ਦਾ ਸਮਕਾਲੀ ਸਿਕੰਦਰ ਤੇ ਸਿਕੰਦਰ ਨੇ 326 ਈਸਵੀ ਪੂਰਵ ਵਿੱਚ ਭਾਰਤ 'ਤੇ ਹਮਲਾ ਕੀਤਾ ਸੀ, ਪੋਰਸ ਨੂੰ ਹਰਾਇਆ ਸੀ, ਰਾਜਾ ਅੰਬੀ ਨੂੰ ਹਰਾਇਆ ਸੀ। ਉਸ ਦੇ ਬਾਰੇ ਅਸੀਂ ਕੀਤਾ ਸੀਗਾ ਅਤੇ ਅਸੀਂ ਉਸ ਤੋਂ ਬਾਅਦ ਕੀਤਾ ਸੀ ਕਿ 184 ਈਸਵੀ ਪੂਰਵ ਵਿੱਚ ਪੁਸ਼ਿਆ ਮਿੱਤਰ ਸੁੰਗ ਨੇ ਆਖਰੀ ਮੌਰਿਆ ਸ਼ਾਸਕ ਬੈਦਰਥ ਨੂੰ ਕਤਲ ਕਰ ਦਿੱਤਾ ਸੀ। ਪੁਸ਼ਿਆ ਮਿੱਤਰ ਸੁੰਗ ਜੋ ਕਿ ਬੈਦਰਥ ਦਾ ਸੈਨਾਪਤੀ ਸੀ, ਉਸਨੇ ਉਸ ਨੂੰ ਕਤਲ ਕਰ ਦਿੱਤਾ ਸੀ ਅਤੇ ਉਸਨੇ 184 ਈਸਵੀ ਪੂਰਵ ਵਿੱਚ ਸ਼ੁੰਗ ਵੰਸ਼ ਦੀ ਨੀਂਹ ਰੱਖੀ ਸੀ। ਅਸੀਂ ਹੁਣ ਤੱਕ ਇਹ ਕੀਤਾ ਸੀ। ਜੇਕਰ ਥੋੜ੍ਹਾ ਜਿਹਾ ਅਸੀਂ, ਕਿਉਂਕਿ ਜੋ ਸ਼ੁੰਗ ਵੰਸ਼ ਹੈ ਉਸਨੂੰ ਯਾਦ ਕਰਨਾ ਹੈ ਤਾਂ ਇੱਕ ਤਰੀਕਾ ਜੇਕਰ ਅਸੀਂ ਸੋਚੀਏ ਤਾਂ ਪਹਿਲੀ ਗੱਲ ਤਾਂ ਪੁਸ਼ਿਆ ਮਿੱਤਰ, ਪੁਸ਼ ਜਿਹੜਾ ਸ਼ਬਦ ਆ ਇੰਗਲਿਸ਼ ਦਾ ਪੁਸ਼ ਦਾ ਮਤਲਬ ਹੁੰਦਾ ਧੱਕਣਾ, ਪਰਾਂ ਨੂੰ ਧੱਕਣਾ। ਤਾਂ ਮੌਰਿਆ ਵੰਸ਼ ਨੂੰ ਕਿਸ ਨੇ ਪੁਸ਼ ਕੀਤਾ ਸੀ ਤਾਂ ਇਸ ਤੋਂ ਬਣ ਜਾਂਦਾ ਗਾ ਪੁਸ਼ਿਆ ਮਿੱਤਰ। ਸੁੰਗ ਉਹਦਾ ਵੰਸ਼ ਸੀ, ਪੁਸ਼ ਕੀਤਾ ਮੌਰਿਆ ਵੰਸ਼ ਨੂੰ ਕਿਸ ਨੇ? ਪੁਸ਼ਿਆ ਮਿੱਤਰ ਸੁੰਗ ਨੇ। ਕਿਸ ਨੂੰ ਕੀਤਾ ਸੀਗਾ? ਬੈਦਰਥ ਨੂੰ। 184 ਈਸਵੀ ਪੂਰਵ ਵਿੱਚ ਉਹ ਬੈਦਰਥ ਦਾ ਸੈਨਾਪਤੀ ਸੀ। ਪੁਸ਼ਿਆ ਮਿੱਤਰ ਸੁੰਗ ਇੱਕ ਸ਼ਕਤੀਸ਼ਾਲੀ ਰਾਜਾ ਸੀ ਜਿਸ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਜੇਕਰ ਪੁਸ਼ਿਆ ਮਿੱਤਰ ਸੁੰਗ ਨੇ ਪੁਸ਼ ਕੀਤਾ ਸੀ ਬੈਦਰਥ ਨੂੰ ਤਾਂ ਉਸ ਨੂੰ ਪੁਸ਼ ਕਰਨ ਵਾਸਤੇ ਕੌਣ ਆਇਆ ਸੀ? ਪੁਸ਼ਿਆ ਮਿੱਤਰ ਸੁੰਗ ਨੂੰ ਪੁਸ਼ ਕਰਨ ਵਾਸਤੇ ਆਇਆ ਸੀ ਇੱਕ ਯੂਨਾਨੀ ਹਮਲਾਵਰ ਮਿਨਾਂਦਰ। ਉਹਨੇ ਭਾਰਤ 'ਤੇ ਹਮਲਾ ਕੀਤਾ ਸੀ ਕਿਉਂਕਿ ਮੌਰਿਆ ਵੰਸ਼ ਤੋਂ ਪਹਿਲਾਂ ਵੀ ਯੂਨਾਨੀਆਂ ਨੇ ਹਮਲਾ ਕੀਤਾ ਸੀ। ਸਿਕੰਦਰ ਅਤੇ ਮੌਰਿਆ ਵੰਸ਼ ਦਾ ਖਾਤਮਾ ਕੀਤਾ ਪੁਸ਼ਿਆ ਮਿੱਤਰ ਸੁੰਗ ਨੇ, ਤਾਂ ਫਿਰ ਯੂਨਾਨੀਆਂ ਨੇ ਹਮਲੇ ਸ਼ੁਰੂ ਕੀਤੇ ਸਨ। ਤਾਂ ਪੁਸ਼ਿਆ ਮਿੱਤਰ ਸੁੰਗ ਨੇ ਆਪਣੇ ਪੋਤੇ, ਦੇਖੋ ਪੁਸ਼ਿਆ ਮਿੱਤਰ ਤੋਂ ਉਹਦਾ ਵੀ ਪੱਪਾ ਅਤੇ ਉਸਦੇ ਆਪਣੇ ਪੋਤੇ ਬਸੂ ਮਿੱਤਰ ਨੂੰ, ਉਸਨੇ ਆਪਣੇ ਪੋਤੇ ਬਸੂ ਮਿੱਤਰ ਨੂੰ ਜਨਾਨੀਆਂ ਨਾਲ ਲੜਨ ਲਈ ਭੇਜਿਆ ਕਿ ਜਿਹੜੇ ਜਨਾਨੀ ਨੇ, ਜਿਵੇਂ ਪਹਿਲਾਂ ਚੰਦਰਗੁਪਤ ਮੌਰਿਆ ਨੇ ਜਨਾਨੀਆਂ ਨੂੰ ਕੱਢਿਆ ਸੀਗਾ ਅਫਗਾਨਿਸਤਾਨ ਵਾਲੇ ਪਾਸਿਓਂ, ਉੱਥੇ ਉਹਨਾਂ ਨੂੰ ਵਸਣ ਨਹੀਂ ਦਿੱਤਾ ਸੀ। ਤਾਂ ਇੱਕ ਵਾਰ ਫਿਰ ਵਸਣ ਨਹੀਂ ਦਿੱਤਾ। ਕਿਹਨੇ ਨੇ ਵਸਣ ਦਿੱਤਾ? ਬਸੂ ਮਿੱਤਰ ਨੇ ਹਮਲਾਵਰਾਂ ਨੂੰ ਸਿੰਧ ਨਦੀ ਦੇ ਕੰਢੇ ਹਰਾਇਆ। ਪੁਸ਼ਿਆ ਮਿੱਤਰ ਨੇ 2 ਅਸ਼ਵਮੇਧ ਯੱਗ ਕੀਤੇ। ਦੇਖੋ ਅਸ਼ਵਮੇਧ ਯੱਗ ਇਹ ਸਾਰਿਆਂ ਨੂੰ ਪਤਾ ਗਾ ਵੀ ਕਿ ਘੋੜੇ ਨੂੰ ਛੱਡ ਦਿੱਤਾ ਜਾਂਦਾ ਅਤੇ ਜਿੰਨੇ ਖੇਤਰ ਦੇ ਵਿੱਚ ਘੋੜਾ ਗੇੜਾ ਦਿੰਦਾ ਉਹ ਸਾਰਾ ਖੇਤਰ ਉਸ ਰਾਜੇ ਦਾ ਹੋ ਜਾਂਦਾ। ਅਤੇ ਜੇਕਰ ਅੱਗੋਂ ਕੋਈ ਰਾਜਾ ਜਾਂ ਕੋਈ ਵਿਅਕਤੀ ਉਸ ਘੋੜੇ ਨੂੰ ਫੜ ਲੈਂਦਾ ਤਾਂ ਭਾਵ ਉਸ ਰਾਜੇ ਨੇ ਉਸ ਨੂੰ ਚੈਲੰਜ ਕੀਤਾ ਅਤੇ ਜਿਨ੍ਹਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਸੀ। ਤਾਂ ਅਸ਼ਵਮੇਧ ਆਮ ਤੌਰ 'ਤੇ ਜੱਗ ਅਸੀਂ ਭਾਵ ਕੀ ਸਮਝਦੇ ਹਾਂ ਵੀ ਲੋਕ ਕੀ ਕਰਦੇ ਨੇ ਕਿ ਅੱਗ ਦੇ ਵਿੱਚ ਆਹੂਤੀਆਂ ਦਿੰਦੇ ਨੇ। ਅੱਜ ਕੱਲ੍ਹ ਵੀ ਜੱਗ ਕਰਦੇ ਹਾਂ ਅਸੀਂ, ਅੱਜ ਕੱਲ੍ਹ ਵੀ ਹਵਨ ਕਰਦੇ ਹਾਂ ਤਾਂ ਆਹੂਤੀਆਂ ਦਿੰਦੇ ਹਾਂ ਤਾਂ ਜੱਗ, ਕਦੇ ਅਗਨੀ। ਤਾਂ ਲਾਸਟ ਰਾਜਾ ਕੌਣ ਸੀ ਇਹਨਾਂ ਦਾ? ਅਗਨੀ ਮਿੱਤਰ। ਅਤੇ ਮੱਧ ਪ੍ਰਦੇਸ਼ ਵਿੱਚ ਬਰਹੂਤ ਸਤੂਪ ਉਸ ਦੇ ਸਮੇਂ ਬਣਾਇਆ। ਦੇਖੋ ਜੋ ਇੱਕ ਸਾਂਚੀ ਦਾ ਸਤੂਪ ਆ, ਉਹ ਵੀ ਮੱਧ ਪ੍ਰਦੇਸ਼ ਦੇ ਵਿੱਚ ਆ, ਉਹ ਅਸ਼ੋਕ ਨੇ ਬਣਵਾਇਆ ਸੀ। ਇੱਕ ਮੱਧ ਪ੍ਰਦੇਸ਼ ਵਿੱਚ ਬਰਹੂਤ ਸਤੂਪ ਹੈਗਾ, ਉਹ ਕਿਸ ਨੇ ਬਣਾਇਆ ਸੀਗਾ? ਪੁਸ਼ਿਆ ਮਿੱਤਰ ਸੁੰਗ ਨੇ। ਅਤੇ ਉਸ ਦੇ ਬਾਅਦ ਉਸ ਦਾ ਪੁੱਤਰ ਅਗਨੀ ਮਿੱਤਰ। ਤਾਂ ਅਸ਼ਵਮੇਧ ਤੋਂ ਯਾਦ ਰੱਖ ਲਿਓ ਅਗਨੀ ਮਿੱਤਰ ਰਾਜਾ ਬਣਿਆ। ਛੇਤੀ ਹੀ ਸੁੰਗ ਵੰਸ਼ ਦਾ ਪਤਨ ਹੋ ਗਿਆ ਸੀ। ਜੋ ਅਸੀਂ ਅੱਜ ਕਰਾਂਗੇ ਪਾਠ ਨੰਬਰ 13 200 ਈਸਵੀ ਪੂਰਵ ਤੋਂ ਲੈ ਕੇ 300 ਈਸਵੀ ਤੱਕ। ਤਾਂ ਦੱਖਣ ਕਿਸ ਨੂੰ ਕਹਿੰਦੇ ਹਾਂ ਅਸੀਂ? ਵਿੰਧਿਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਖਣ ਕਿਹਾ ਜਾਂਦਾ ਹੈ। ਜੋ ਸਾਡਾ ਵਿੰਧਿਆ ਪਰਬਤ ਆ ਉਹ ਮਹਾਰਾਸ਼ਟਰ ਵਾਲੀ ਸਾਈਡ
ਤੇ ਨਰਮਦਾ ਨਦੀ ਦੱਖਣ ਵਾਲੇ ਪਾਸੇ, ਜੋ ਵਿੰਧਿਆ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਖਣ ਕਿਹਾ ਜਾਂਦਾ। ਦੱਖਣ ਤੇ ਦੱਖਣ ਸ਼ਬਦ 'ਚ ਫਰਕ ਹੈ। ਵਿੰਧਿਆ ਪਰਬਤ ਜੋ ਮਹਾਰਾਸ਼ਟਰ ਦੇ ਕੋਲ ਮੱਧ ਪ੍ਰਦੇਸ਼ ਵਾਲੇ ਪਾਸੇ, ਵਿੰਧਿਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਖਣ ਕਿਹਾ ਜਾਂਦਾ। ਪ੍ਰਾਚੀਨ ਕਾਲ ਵਿੱਚ ਇਸ ਨੂੰ ਦਕਸ਼ਿਣ ਪੱਥ ਕਿਹਾ ਜਾਂਦਾ ਸੀ। ਦੱਖਣ ਵਿੱਚ ਮੌਰਿਆ ਦੇ ਪ੍ਰਸਿੱਧ ਸ਼ਾਸਕ ਸਾਤਵਾਹਨ ਸਨ, ਜਿਨ੍ਹਾਂ ਨੇ ਲਗਭਗ 300 ਸਾਲ ਰਾਜ ਕੀਤਾ। ਇਹ ਸਿੱਧੇ ਸਿੱਧੇ ਕੁਐਸਚਨ ਆ ਜਾਂਦੇ ਨੇ ਕਿ ਸਾਤਵਾਹਨਾਂ ਨੇ ਕਿੰਨਾ ਸਮਾਂ ਰਾਜ ਕੀਤਾ? 300 ਸਾਲ। ਅਸੀਂ ਅੱਜ ਕਰਾਂਗੇ ਪਾਠ ਰਾਹੀਂ ਭਾਰਤ 200 ਈਸਵੀ ਪੂਰਵ ਤੋਂ 300 ਈਸਵੀ ਪੂਰਵ ਤੱਕ। ਸਾਤਵਾਹਨ ਦੇਖੋ, ਜੋ ਸਾਤ ਸ਼ਬਦ ਹੈਗਾ, ਇੱਥੋਂ ਹੀ ਜੋ ਇਹਨਾਂ ਦੇ ਰਾਜੇ ਨੇ ਸਾਤਵਾਹਨਾਂ ਦੇ, ਇਹਨਾਂ ਦੇ ਨਾਂ ਨਿਕਲ ਕੇ ਆਉਣਗੇ ਅਤੇ ਇਹਨਾਂ ਨੂੰ ਯਾਦ ਕਰਨਾ ਸੌਖਾ ਰਹੂਗਾ। ਸਾਤ ਨੂੰ ਜੇ ਅਸੀਂ ਕੰਨਾ ਕੱਢਦੇ ਕੀ ਬਣ ਗਿਆ? ਸੱਤ। ਤਾਂ ਸੱਤ ਦਾ ਪੁੱਤਰ, ਸੱਚ ਦਾ ਪੁੱਤਰ ਅਸੀਂ ਕਿਹਨੂੰ ਕਹਿੰਦੇ ਸਨ? ਵੀ ਸੱਚ ਦੇ ਰਸਤੇ 'ਤੇ ਚੱਲੋ। ਗੌਤਮ ਬੁੱਧ ਨੇ ਕਿਹਾ ਸੀ ਕਿ ਸੱਚ ਦੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਸੱਚ ਬੋਲੋ। ਤਾਂ ਸੱਤ ਤੋਂ ਬਣ ਗਿਆ ਸੱਚ। ਸੱਚਾਈ ਦਾ ਪੁੱਤਰ ਕੌਣ ਸੀ? ਗੌਤਮ ਬੁੱਧ। ਤਾਂ ਉਸ ਦੇ ਨਾਂ ਤੋਂ ਬਣ ਜਾਂਦਾ ਗੌਤਮੀ ਪੁੱਤਰ। ਸੱਚਾਈ ਦਾ ਪੁੱਤਰ ਕੌਣ? ਗੌਤਮ। ਤਾਂ ਸੱਚਾਈ ਦਾ ਪੁੱਤਰ ਗੌਤਮੀ ਪੁੱਤਰ। ਸਾਤ ਦੇਖੋ, ਉੱਥੇ ਸਾਤ ਵਾਹਨਾ, ਤਾਂ ਇੱਥੋਂ ਬਣ ਗਿਆ ਸਾਤ ਕਰਨੀ। ਤਾਂ ਉਹਦੇ ਨਾਲ ਵੀ ਸਾਤ ਲੱਗਦਾ, ਇਹਦੇ ਨਾਲ ਵੀ ਸਾਤ ਲੱਗਦਾ। ਤਾਂ ਯਾਦ ਕਰਨਾ ਸੌਖਾ। ਜਿਵੇਂ ਉਹ ਪਹਿਲਾਂ ਸੀ ਮਿੱਤਰ, ਉਹ ਸਨ ਪੁਸ਼ਿਆ ਮਿੱਤਰ, ਸੁੰਗ, ਵਸੂ ਮਿੱਤਰ, ਅਗਨੀ ਮਿੱਤਰ। ਜੋ ਸੁੰਗ ਵੰਸ਼ ਵਾਲੇ ਤੇ ਉਹਨਾਂ ਨਾਲ ਲੱਗਦਾ ਸੀਗਾ ਮਿੱਤਰ, ਉਹਨਾਂ ਲੱਗਦਾ ਸੀ ਮਿੱਤਰ। ਪਰ ਜੋ ਸਾਤ ਦੇ ਸਾਤਵਾਹਨ ਨੇ, ਸੱਤ ਕਰਨੀ ਲੱਗਦਾ ਇਹਨਾਂ ਨਾਲ। ਇੱਕ ਮਹਾਨ ਸਾਤਵਾਹਨ ਸ਼ਾਸਕ ਸੀ, ਉਸਨੇ 106 ਈਸਵੀ ਤੋਂ 130 ਈਸਵੀ ਤੱਕ ਰਾਜ ਕੀਤਾ। ਹੁਣ ਅਸੀਂ ਈਸਾ ਮਸੀਹ ਦੇ ਜਨਮ ਤੋਂ ਅਗਲੇ ਸਾਲਾਂ ਵਿੱਚ ਪ੍ਰਵੇਸ਼ ਕਰ ਗਏ ਹਾਂ। 106 ਈਸਵੀ ਤੋਂ ਲੈ ਕੇ 130 ਈਸਵੀ ਤੱਕ, ਇੱਥੇ ਪੂਰਬ ਨਹੀਂ ਲੱਗਦਾ, ਭਾਵ ਅਸੀਂ ਆਫਟਰ ਕ੍ਰਾਈਸਟ ਬਰਥ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਹੁਣ ਅਸੀਂ ਈਸਵੀ ਪੂਰਬ ਨਹੀਂ, ਅਸੀਂ ਈਸਵੀ ਦੇ ਵਿੱਚ ਆ ਗਏ ਹਾਂ, ਅਸੀਂ AD ਦੇ ਵਿੱਚ ਆ ਗਏ ਹਾਂ। ਤਾਂ ਉਸਨੇ 106 ਈਸਵੀ ਤੋਂ ਲੈ ਕੇ 130 ਈਸਵੀ ਤੱਕ ਰਾਜ ਕੀਤਾ ਸੀ। ਉਹ ਇੱਕ ਮਹਾਨ ਜੇਤੂ ਅਤੇ ਦਿਆਲੂ ਰਾਜਾ ਸੀ। ਕੌਣ? ਸੱਚ ਦਾ ਪੁੱਤਰ ਗੌਤਮ, ਗੌਤਮੀ ਪੁੱਤਰ ਸਤਕਰਨੀ। ਗੌਤਮੀ ਪੁੱਤਰ ਸਤਕਰਨੀ ਦਾ ਉੱਤਰਾਧਿਕਾਰੀ ਉਸ ਦਾ ਪੁੱਤਰ ਵਸ਼ਿਸ਼ਟੀ ਪੁੱਤਰ ਪਲਮਾਏ। ਤਾਂ ਗੌਤਮੀ ਪੁੱਤਰ ਸਤਕਰਨੀ ਦਾ ਪੁੱਤਰ ਕੌਣ ਸੀਗਾ? ਉਸ ਦਾ ਪੁੱਤਰ ਵਸ਼ਿਸ਼ਟੀ ਪੁੱਤਰ ਪਲਮਾਏ। ਜਿਵੇਂ ਸੁੰਗ ਵੰਸ਼ ਪੁਸ਼ਿਆ ਮਿੱਤਰ ਸੁੰਗ ਦਾ ਪੋਤਾ ਸੀ, ਪਰ ਇੱਥੇ ਨਾਲ ਪੁੱਤਰ ਲੱਗਦਾ, ਤਾਂ ਗੌਤਮੀ ਪੁੱਤਰ ਦਾ ਪੁੱਤਰ ਹੀ ਸੀ। ਵਸ਼ਿਸ਼ਟੀ ਪੁੱਤਰ ਨੇ 130 ਈਸਵੀ ਤੋਂ 154 ਈਸਵੀ ਤੱਕ ਰਾਜ ਕੀਤਾ। 130 ਈਸਵੀ ਤੋਂ 154 ਈਸਵੀ ਤੱਕ ਰਾਜ ਕੀਤਾ। ਉਸਨੇ ਮਹਾਰਾਸ਼ਟਰ ਵਿੱਚ, ਜੋ ਇਹਨਾਂ ਦਾ ਖੇਤਰ ਸੀ ਉਹ ਮਹਾਰਾਸ਼ਟਰ ਵਾਲੇ ਪਾਸੇ ਸੀ। ਉਸਨੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਜ਼ਿਲ੍ਹੇ ਦੇ ਪ੍ਰਤਿਸ਼ਠਾਨ, ਅਸੀਂ ਪਹਿਲਾਂ 16 ਮਹਾਜਨਪਦਾਂ ਵਿੱਚ ਪੜ੍ਹ ਚੁੱਕੇ ਹਾਂ। ਅਸੀਂ ਕੀਤਾ ਸੀਗਾ ਵੀ ਜਿਸ ਦੀ ਰਾਜਧਾਨੀ ਸੀਗੀ ਪ੍ਰਤਿਸ਼ਠਾਨ। ਅਸਮਕ ਦੱਖਣੀ ਭਾਰਤ ਦਾ ਇੱਕੋ ਇੱਕ ਮਹਾਜਨਪਦ ਸੀ, ਅਸੀਂ ਪੜ੍ਹਿਆ। ਉਸ ਦੀ ਰਾਜਧਾਨੀ ਕਿਹੜੀ ਸੀ? ਪ੍ਰਤਿਸ਼ਠਾਨ। ਤਾਂ ਵਸ਼ਿਸ਼ਟੀ ਪੁੱਤਰ ਪਲਮਾਏ ਨੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਜ਼ਿਲ੍ਹੇ ਦੇ ਪ੍ਰਤਿਸ਼ਠਾਨ ਨਾਮੀ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ। ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ ਦੇਖੋ, ਜੇ ਸੁੰਗ ਵੰਸ਼ ਨਾਲ ਜੋੜੀਏ ਤਾਂ ਉਸਨੇ ਅਸ਼ਵਮੇਧ ਭਾਵ ਜੱਗ। ਤਾਂ ਇਹਦਾ ਲਾਸਟ ਕੌਣ ਸੀਗਾ? ਜੱਗ ਸ਼੍ਰੀ ਸਤਕਰਨੀ। ਪਹਿਲਾ ਕੌਣ ਸੀਗਾ? ਗੌਤਮੀ ਪੁੱਤਰ ਸਤਕਰਨੀ। ਉਸ ਦਾ ਪੁੱਤਰ ਸੀਗਾ ਵਸ਼ਿਸ਼ਟੀ ਪੁੱਤਰ ਪਲਮਾਏ। ਉਧਰ ਅਸੀਂ ਵਸੂਦੇਵ, ਇੱਧਰ ਵਸ਼ਿਸ਼ਟੀ, ਉਧਰ ਵਸੂਮਿੱਤਰ ਸੁੰਗ ਸੀਗਾ, ਇੱਧਰ ਵਸ਼ਿਸ਼ਟੀ ਪੁੱਤਰ ਹੋ ਗਿਆ। ਉਹ ਮਿੱਤਰ, ਇਹ ਪੁੱਤਰ, ਉਧਰ ਵਸੂਮਿੱਤਰ, ਇੱਧਰ ਵਸ਼ਿਸ਼ਟੀ ਪੁੱਤਰ। ਉਧਰ ਸੀਗਾ ਆਖਰੀ ਰਾਜਾ ਕੌਣ ਸੀਗਾ? ਅਸੀਂ ਕੀਤਾ ਸੀ ਅਗਨੀ ਪੁੱਤਰ। ਉਧਰ ਸੀ ਅਗਨੀ ਮਿੱਤਰ ਸੀਗਾ, ਅਤੇ ਅਗਨੀ ਕਾਚ ਜੱਗ। ਤਾਂ ਉਸ ਨੂੰ ਅਗਨੀ ਮਿੱਤਰ
इधर जग श्री सतकर्णी, उधर अग्निमित्र सी लास्ट। इधर ਅਸੀਂ देख सकते हैं कि अग्निमित्र, तो दोनों ਨੂੰ ਕੰਪੇਅਰ कर सकते हैं ਅਸੀਂ ਸੁੰਗ ਵੰਸ਼ ਤੇ ਸਤਵਾਹਨ ਨੂੰ। 7 ਤੋਂ ਸਤਕਰਨੀ ਯਾਦ ਰਹੀ ਜੋ ਸਾਡੇ। ਤਾਂ ਉਧਰ ਸਭ ਤੋਂ ਪਹਿਲਾਂ ਕੌਣ ਸੀਗਾ? ਪੁਸ਼ਕਿਤਾ, ਪੁਸ਼ਿਆ ਮਿੱਤਰ ਸੁੰਗ, ਪੁਸ਼ਿਆ ਮਿੱਤਰ ਸਿੰਘ ਦਾ ਪੋਤਾ ਸੀਗਾ ਬਾਸੂ ਮਿੱਤਰ। ਤੇ ਲਾਸਟ ਕੌਣ ਸੀਗਾ? ਜੇ ਜੱਗ ਜੋੜ ਲਈਏ ਤਾਂ ਜੱਗ ਨਾਲ ਬਣ ਜਾਂਦਾ ਗਾ ਅਸ਼ਵਮੇਧ ਯੱਗ ਕੀਤਾ ਸੀਗਾ, ਤੇ ਅਸ਼ਵਮੇਧ ਦਾ ਕਿਉਂ ਗਿਆ? ਅਗਨੀ ਮਿੱਤਰ। ਤੇ ਸਤਵਾਹਨ ਦਾ ਸਤਕਰਨੀ ਗੌਤਮੀ ਪੁੱਤਰ ਸਤਕਰਨੀ, ਉਹਦਾ ਗਾਹਾਂ ਪੁੱਤਰ ਸੀਗਾ ਵਸਿਸ਼ਟੀ ਪੁੱਤਰ ਸਤਕਰਨੀ, ਤੇ ਗਾਹਾਂ ਉਹਦਾ ਪੁੱਤਰ ਸੀਗਾ ਜੱਗ ਸ਼੍ਰੀ ਸਤਕਰਨੀ। ਉਸਨੇ ਵਪਾਰ ਨੂੰ ਪ੍ਰਫੁੱਲਤ ਕੀਤਾ ਅਤੇ ਮਲਾਇਆ ਵਿੱਚ ਜਹਾਜ਼ੀ ਮੁਹਿੰਮਾਂ ਭੇਜੀਆਂ, ਭਾਵ ਮਲਾਇਆ ਤੱਕ ਉਸਨੇ ਹਮਲੇ ਕੀਤੇ। ਉਸ ਦੀ ਮੌਤ ਤੋਂ ਬਾਅਦ ਸਤਵਾਹਨ ਵੰਸ਼ ਦਾ ਪਤਨ ਅਤੇ 2020 ਈਸਵੀ ਵਿੱਚ ਰਾਜ ਦਾ ਅੰਤ ਹੋ ਗਿਆ। ਲਗਭਗ 300 ਸਾਲ ਤੱਕ ਇਹਨਾਂ ਰਾਜ ਕੀਤਾ। ਪਹਿਲੀ ਸਦੀ ਈਸਵੀ ਪੂਰਵ ਤੋਂ ਲੈ ਕੇ 220 ਈਸਵੀ ਤੱਕ ਰਾਜ ਕੀਤਾ ਸੀ। ਲਗਭਗ 300 ਸਾਲ ਇਹਨਾਂ ਰਾਜ ਕੀਤਾ। तो साडा पाठ नंबर 13 वो भारत 200 ईस्वी पूर्व तो लैके 300 ईस्वी पूर्व तक का साडा टॉपिक आ। शासन प्रबंध, राजा नूं धर्म का रक्षक ਅਤੇ देवी शक्तियां का धारनी मन्निया जाता सी। साम्राज नूं प्रांतां, अजकल प्रांतां 'च वंडिया 28 प्रांतां 'च समुचे भारत नूं, तां साम्राज नूं प्रांतां विच वंडिया होया सी। प्रांत का प्रबंध सैनापति द्वारा चलाया जाता सी। प्रांतां नूं अगे ਜ਼ਿਲ੍ਹਿਆਂ ਵਿੱਚ ਵੰਡਿਆ ਜਾਂਦਾ ਸੀ। जो ਜ਼ਿਲ੍ਹੇ ਸੀ ਉਹਨਾਂ ਨੂੰ ਕਿਹਾ ਸੀ ਆਹਰਸ ਕਿਹਾ ਜਾਂਦਾ ਸੀ। ਜੋ ਅਧਿਕਾਰੀ ਸੀ ਅਧਿਕਾਰੀਆਂ ਨੂੰ ਅਮਾਤਿਆ ਅਤੇ ਮਹਾਮੰਤਰ ਕਿਹਾ ਜਾਂਦਾ ਸੀ। ਜੋ ਉੱਥੇ ਦੇਖਭਾਲ ਕਰਦੇ ਸਨ ਅਧਿਕਾਰੀ ਉਹਨਾਂ ਨੂੰ ਅਮਾਤਿਆ ਅਤੇ ਮਹਾਮੰਤਰ ਕਿਹਾ ਜਾਂਦਾ ਸੀ। ਪੇਂਡੂ ਇਲਾਕਿਆਂ ਦਾ ਰਾਜ ਪ੍ਰਬੰਧ ਗੋਲਮੀ ਕਾਸ ਦੁਆਰਾ ਚਲਾਇਆ ਜਾਂਦਾ ਸੀ। ਜਿਵੇਂ ਪਿੰਡ ਦਾ ਮੁਖੀਆ ਪਹਿਲਾਂ ਗ੍ਰਾਮਣੀ ਸੀ, ਤਾਂ ਇੱਥੇ ਪੇਂਡੂ ਇਲਾਕਿਆਂ ਦਾ ਪ੍ਰਬੰਧ ਗੋਲਮੀ ਕਾਸ ਦੁਆਰਾ ਚਲਾਇਆ ਜਾਂਦਾ ਸੀ। ਆਰਥਿਕ ਦਸ਼ਾ, ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਬਣਵਾਈਆਂ। ਉਹਨਾਂ ਨੇ ਅੰਦਰੂਨੀ ਅਤੇ ਵਿਦੇਸ਼ੀ ਦੋਵਾਂ ਤਰ੍ਹਾਂ ਦੇ ਵਪਾਰ ਨੂੰ ਪ੍ਰਫੁੱਲਿਤ ਕੀਤਾ। ਸਾਤਵਾਹਨ ਰਾਜ ਵਿੱਚ ਪੱਛਮੀ ਅਤੇ ਪੂਰਬੀ ਤੱਟ 'ਤੇ ਸਥਿਤ ਬੰਦਰਗਾਹਾਂ ਵੀ ਸਨ। ਇਹ ਅਸੀਂ ਇੱਕ ਵੱਖਰੀ ਵੀਡੀਓ ਰਾਹੀਂ ਦੇਖਾਂਗੇ। ਬੰਦਰਗਾਹਾਂ ਅਰਬ, ਈਰਾਨ, ਮਿਸਰ, ਬਰਮਾ ਅਤੇ ਮਲਾਇਆ ਇਹ ਪੱਛਮੀ ਨਾਲ ਵਿਦੇਸ਼ੀ ਵਪਾਰ ਦਾ ਕੇਂਦਰ ਬਣ ਗਈਆਂ ਸਨ। ਸ਼ਰਾਬ, ਤਾਂਬਾ, ਸ਼ੀਸ਼ਾ ਅਤੇ ਕੀਮਤੀ ਪੱਥਰ, ਭਾਵ ਮਹਿੰਗੀ ਵਧੀ ਸ਼ਰਾਬ, ਤਾਂਬਾ, ਸ਼ੀਸ਼ਾ ਅਤੇ ਕੀਮਤੀ ਪੱਥਰ ਬਾਹਰਲੇ ਦੇਸ਼ਾਂ ਤੋਂ ਭਾਰਤ ਵਿੱਚ ਮੰਗਵਾਏ ਜਾਂਦੇ ਸਨ। ਵਿਦੇਸ਼ਾਂ ਵਿੱਚ ਭੇਜੀਆਂ ਜਾਣ ਵਾਲੀਆਂ ਵਸਤਾਂ ਦੇ ਬਦਲੇ ਸੋਨੇ ਅਤੇ ਚਾਂਦੀ ਦੇ ਸਿੱਕੇ ਭਾਰਤ ਵਿੱਚ ਲਿਆਂਦੇ ਜਾਂਦੇ ਸਨ। ਭਾਵ ਭਾਰਤ ਪੂਰਾ ਅਮੀਰ ਸੀ। ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨਾਲ ਵਪਾਰ ਕਰਦੇ ਸਨ। ਜੋ ਵੀ ਚੀਜ਼ ਵੇਚਦੇ ਸਨ ਉਹਦੇ ਬਦਲੇ ਵਿੱਚ ਇਹ ਸੋਨੇ ਅਤੇ ਚਾਂਦੀ ਦੇ ਸਿੱਕੇ ਲੈਂਦੇ ਸਨ। ਧਰਮ, ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸਨ। ਆਮ ਤੌਰ 'ਤੇ ਵਿਸ਼ਨੂੰ ਅਤੇ ਸ਼ਿਵ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਜੋ ਵਪਾਰੀ ਲੋਕ ਸੀ ਉਹ ਬੁੱਧ ਧਰਮ ਨੂੰ ਮੰਨਦੇ ਸਨ। ਕਲਾ ਅਤੇ ਭਵਨ ਨਿਰਮਾਣ ਕਲਾ, ਸਾਤਵਾਹਨਾਂ ਨੇ ਪੱਛਮੀ ਦੱਖਣ ਵਿੱਚ ਪੱਥਰਾਂ ਨੂੰ ਕੱਟ ਕੇ ਪੂਰਾ ਪੱਥਰ ਦੇ ਵਿੱਚ ਪੀਸ, ਪੱਥਰ ਦੇ ਵਿੱਚ ਗਰੂਫਿੰਗ ਕਰਨੀ, ਪੱਥਰ ਨੂੰ ਕੱਟਣਾ, ਪੱਥਰ ਕੱਟ ਭਵਨ ਨਿਰਮਾਣ ਕਲਾ ਅਤੇ ਗੁਫਾ ਮੰਦਰਾਂ ਨੂੰ ਸਰਪ੍ਰਸਤੀ ਦਿੱਤੀ। ਪੁਣੇ ਦੇ ਨੇੜੇ ਕਾਰਲੇ ਦਾ ਪੱਥਰ ਕੱਟ ਗੁਫਾ ਦੀ ਬਣਤਰ ਦਾ ਚੈਤਿਆ ਹਾਲ ਬਹੁਤ ਪ੍ਰਸਿੱਧ ਹੈ। ਚੈਤਿਆ ਦੇ ਨਾਲ ਬੁੱਧੀ ਭਿਕਸ਼ੂਆਂ ਲਈ ਪ੍ਰਾਰਥਨਾ ਜਾਂ ਸਭਾ ਹਾਲ ਸਨ। ਜੋ ਇਹ ਕਾਰਲੇ ਦਾ ਗੁਫਾ ਮੰਦਰ ਹੈ ਜੋ ਬਿਲਕੁਲ ਪਹਾੜ ਦੇ ਵਿੱਚ, ਪਹਾੜ ਨੂੰ ਕੱਟ ਕੇ ਬਣਾਇਆ ਗਿਆ। ਪੱਥਰ ਕੱਟ ਵਿਹਾਰ ਉਹਨਾਂ ਰਹਿਣ ਦੀ ਜਗ੍ਹਾ ਜਾਂ ਈਸਾਈ ਮੱਠਾਂ ਦੇ ਨਾਲ ਬਣਾਏ ਗਏ। ਇੱਕ ਵਿਹਾਰ ਵਿੱਚ ਇੱਕ ਹਾਲ ਜਿਸ ਦਾ ਦਰਵਾਜ਼ਾ ਉੱਪਰ ਵੱਲ ਇੱਕ ਬਰਾਂਡੇ ਵਿੱਚ ਖੁੱਲ੍ਹਦਾ ਸੀ, ਭਾਵ ਉੱਪਰ ਵੱਲ ਖੁੱਲ੍ਹਦਾ ਸੀ। ਇਹ ਅਮਰਾਵਤੀ ਦਾ ਸਤੂਪ ਹੈ, ਉਹਦੇ ਖੰਡਰ ਰਹਿ ਗਏ ਨੇ। ਸਾਤਵਾਹਨਾਂ ਨੇ ਬਹੁਤ ਸਾਰੇ ਸਤੂਪ ਵੀ ਬਣਵਾਏ। ਸਾਂਚੀ ਦੇ ਸਤੂਪਾਂ ਨਾਲੋਂ ਅਮਰਾਵਤੀ ਦਾ, ਦੇਖੋ ਸਾਂਚੀ ਦਾ ਸਤੂਪ ਬਣਾਇਆ ਸੀਗਾ ਅਸ਼ੋਕ ਨੇ, ਬਰਹੂਤ ਦਾ ਸਤੂਪ ਬਣਾਇਆ ਸੀਗਾ ਪੁਸ਼ਯਮਿੱਤਰ ਸੁੰਗ ਨੇ, ਅਤੇ ਜੋ ਅਮਰਾਵਤੀ ਦਾ ਸਤੂਪ ਆ
ਇਹ ਬਣਾਇਆ ਸੀ ਸਾਤਵਾਹਨਾਂ ਨੇ। ਸਾਂਚੀ ਦੇ ਸਤੂਪਾਂ ਨਾਲੋਂ ਅਮਰਾਵਤੀ ਦਾ ਸੰਤੂਪ ਬਹੁਤ ਸੁੰਦਰਤਾ ਨਾਲ ਸਜਾਇਆ ਗਿਆ ਹੈ। ਇਸ ਵਿੱਚ ਬੁੱਧ ਦੇ ਜੀਵਨ ਦੀ ਸਾਰੀ ਕਹਾਣੀ ਨੂੰ ਦਰਸਾਉਂਦੇ ਹੋਏ ਚਿੱਤਰ ਤਰਾਸ਼ੇ ਗਏ ਹਨ। ਗੰਟਸ਼ਾਲ ਅਤੇ ਨਾਗ ਅਰਜਨੀ ਕੋਂਡਾ, ਜਿਵੇਂ ਪਹਿਲਾਂ ਉੱਥੇ ਨਾਗ ਅਰਜਨੀ ਅਤੇ ਬਾਰਾਬਰਾ ਉਹ ਬਿਹਾਰ ਦੇ ਵਿੱਚ ਸੀ। ਗੁਫਾ ਬਣਾਈਆਂ ਸੀ ਬੋਧੀਆਂ ਦੇ ਲਈ ਅਸ਼ੋਕ ਹੋਰਾਂ ਨੇ, ਮੌਰਿਆ ਵੰਸ਼ ਨੇ। ਤਾਂ ਇਸ ਤਰ੍ਹਾਂ ਗੰਟਸਾਲ ਅਤੇ ਨਾਗ ਅਰਜਨੀ ਕੋਂਡਾ, ਉਹ ਗੱਲ ਨਾਗ ਅਰਜਨੀ ਆ, ਇਹ ਨਾਗ ਅਰਜਨੀ ਕੋਂਡਾ ਵਿਖੇ ਗੋਦਾਵਰੀ ਡੈਲਟਾ ਦੱਖਣ ਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ। ਗੋਦਾਵਰੀ ਡੈਲਟਾ ਵਿੱਚ ਵੀ ਸਤੂਪ ਸਥਾਪਿਤ ਕੀਤੇ ਗਏ, ਪਰੰਤੂ ਉਹ ਹੁਣ ਨਹੀਂ ਹਨ, ਭਾਵ ਹੁਣ ਉਹ ਖਤਮ ਹੋ ਚੁੱਕੇ ਹਨ। ਉਹਨਾਂ ਦੇ ਇਕੱਲੇ ਖੰਡਰ ਬਚੇ ਹਨ, ਗੰਟਸ਼ਾਲ ਅਤੇ ਨਾਗ ਅਰਜਨੀ ਕੋਂਡਾ। ਦੱਖਣ ਅਤੇ ਦੱਖਣੀ ਭਾਰਤ ਵਿੱਚ ਮਹਾਪਛਾਣ ਸੰਸਕ੍ਰਿਤੀ। ਦੇਖੋ ਜੋ ਮਹਾਪਛਾਣ, ਮਹਾ ਹੋ ਗਿਆ ਵੱਡਾ, ਪਛਾਣ ਹੋ ਗਿਆ ਪੱਥਰ, ਮੈਗਾਲਿਥਿਕ ਕਲਚਰ, ਵੱਡੇ ਵੱਡੇ ਪੱਥਰ। ਦੇਖੋ ਮਹਾਰਾਸ਼ਟਰ, ਤਾਂ ਮਹਾਰਾਸ਼ਟਰ ਤੋਂ ਬਣਦਾ ਗਾ ਮਹਾਪਛਾਣ, ਭਾਵ ਮਹਾਰਾਸ਼ਟਰ ਵਾਲੇ ਪਾਸੇ ਇਹ ਸੰਸਕ੍ਰਿਤੀ ਹੋਈ। 200 ਈਸਵੀ ਪੂਰਵ ਵਿੱਚ 200 ਈਸਵੀ ਪੂਰਵ ਵਿੱਚ ਲੋਹੇ ਦੀ ਖੋਜ ਭਾਰਤੀ ਸਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਮੰਨੀ ਜਾਂਦੀ ਸੀ। ਕਿਉਂਕਿ ਜੋ ਪਹਿਲਾਂ ਅਸੀਂ ਪੜ੍ਹਿਆ ਸਿੰਧ ਘਾਟੀ ਸਭਿਅਤਾ, ਤਾਂ ਉਹਨਾਂ ਲੋਕਾਂ ਨੂੰ ਲੋਹੇ ਬਾਰੇ ਕੁਝ ਨਹੀਂ ਪਤਾ ਸੀ। ਉਹਨਾਂ ਨੂੰ ਤਾਂਬੇ ਬਾਰੇ ਪਤਾ ਸੀ ਪਰ ਲੋਹੇ ਬਾਰੇ ਨਹੀਂ। ਤਾਂ 200 ਈਸਵੀ ਪੂਰਵ ਵਿੱਚ ਲੋਹੇ ਦੀ ਖੋਜ ਭਾਰਤੀ ਸਭਿਅਤਾ ਦੇ ਵਿਕਾਸ ਵਿੱਚ ਮਹੱਤਵਪੂਰਨ ਕੜੀ ਮੰਨੀ ਜਾਂਦੀ ਹੈ। ਲੋਹਾ ਤਾਂਬੇ ਅਤੇ ਕਾਂਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ, ਇਸ ਲਈ ਇਹ ਜ਼ਿਆਦਾ ਲਾਭਦਾਇਕ ਹੈ। ਇਹ ਜਲਦੀ ਹੀ ਲੋਕਪ੍ਰਿਯ ਹੋ ਗਿਆ ਅਤੇ ਲੋਕਾਂ ਨੇ ਇਸ ਦੇ ਔਜ਼ਾਰ, ਹਥਿਆਰ ਅਤੇ ਭਾਂਡੇ ਬਣਾਉਣੇ ਸ਼ੁਰੂ ਕਰ ਦਿੱਤੇ। ਦੱਖਣ ਦਾ ਇਲਾਕਾ ਕਿਹੜਾ? ਬਿੰਦਿਆ ਅਤੇ ਗੋਦਾਵਰੀ ਨਦੀ ਦਾ ਖੇਤਰ। ਦੱਖਣ ਅਤੇ ਦੱਖਣੀ ਭਾਰਤ, ਉਸ ਤੋਂ ਹੇਠਾਂ ਵਾਲਾ ਜਿਹੜਾ ਭਾਰਤ ਦਾ ਖੇਤਰ ਹੈਗਾ, ਜਿੱਥੇ ਵਰਤਮਾਨ ਕੇਰਲਾ, ਤਾਮਿਲਨਾਡੂ ਹੈ, ਉਹਨੂੰ ਦੱਖਣੀ ਭਾਰਤ ਕਹਿੰਦੇ ਹਾਂ ਅਸੀਂ। ਦੱਖਣੀ ਭਾਰਤ ਵਿੱਚ ਇਸ ਦਾ ਪ੍ਰਯੋਗ 1200 ਈਸਵੀ ਪੂਰਵ ਵਿੱਚ ਸ਼ੁਰੂ ਹੋਇਆ। ਇਸ ਦੀ ਵਰਤੋਂ ਕਰਨ ਵਾਲੇ ਮਹਾਪਛਾਣ ਨਿਰਮਾਤਾ ਦੇ ਨਾਂ ਨਾਲ ਪ੍ਰਸਿੱਧ ਹਨ। ਮੈਗਾਲਿਥ ਬਿਲਡਰਜ਼, ਮਹਾ ਹੋ ਗਿਆ ਵੱਡਾ, ਪਛਾਣ, ਮੈਗਾਲਿਥ ਬੜੇ ਬੜੇ ਪੱਥਰਾਂ ਨੂੰ। ਇਹ ਨਾਂ ਉਹਨਾਂ ਦੇ ਮੁਰਦਿਆਂ ਨੂੰ ਦਫਨਾਉਣ ਦੇ ਇੱਕ ਖਾਸ ਰਿਵਾਜ਼ ਕਾਰਨ ਦਿੱਤਾ ਗਿਆ। ਜਿਹੜਾ ਮੈਗਾਲਿਥ ਮਹਾਪਛਾਣ ਨਿਰਮਾਤਾ ਨਾਂ ਦਿੱਤਾ ਗਿਆ, ਮਹਾ ਹੋ ਗਿਆ ਵੱਡਾ, ਪਛਾਣ ਹੋ ਗਿਆ ਪੱਥਰ, ਮੈਗਾਲਿਥ ਬਿਲਡਰਜ਼। ਇਹ ਨਾਂ ਜਿਹੜਾ ਇਹ ਨੇਮ ਆ ਉਹਨਾਂ ਦੇ ਮੁਰਦਿਆਂ ਨੂੰ ਦਫਨਾਉਣ ਦੇ ਇੱਕ ਖਾਸ ਰਿਵਾਜ਼ ਕਾਰਨ ਦਿੱਤਾ ਗਿਆ। ਕਿਸੇ ਵਿਸ਼ਾਲ ਪੱਥਰ ਨੂੰ ਮਹਾਪਛਾਣ, ਇੱਕ ਵੱਡੇ ਪੱਥਰ ਨੂੰ ਮੈਗਾਲਿਥ, ਮਹਾਪਛਾਣ। ਜਿਵੇਂ ਅਸੀਂ ਪੜ੍ਹਿਆ ਸੀਗਾ ਕਿ ਮੱਧ ਪੱਥਰ ਯੁੱਗ ਵਿੱਚ ਜਿਹੜੇ ਔਜ਼ਾਰ ਸਨ ਉਹ ਛੋਟੇ ਹੋ ਗਏ ਸਨ, ਇਸ ਲਈ ਮੱਧ ਪੱਥਰ ਨੂੰ ਮਾਈਕਰੋਲਿਥ ਕਿਹਾ ਜਾਂਦਾ, ਮਾਈਕਰੋਲਿਥ। ਅਤੇ ਜਿਹੜਾ ਇਹ ਦੱਖਣੀ ਭਾਰਤ ਦੀ ਸੰਸਕ੍ਰਿਤੀ ਆ ਇਹਨੂੰ ਕਹਿੰਦੇ ਨੇ ਮੈਗਾਲਿਥ। ਇਹ ਲੋਕ ਮੁਰਦਿਆਂ ਨੂੰ ਦਫਨਾ ਕੇ ਉਹਨਾਂ ਦੇ ਚਾਰੇ ਪਾਸੇ ਵਿਸ਼ਾਲ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ। ਇਸ ਤਰ੍ਹਾਂ ਇੱਕ ਗੋਲ ਬਾੜਾ, ਭਾਵ ਸਰਕਲ ਬਣ ਜਾਂਦਾ। ਇਸ ਤਰ੍ਹਾਂ ਦੀਆਂ ਕਬਰਾਂ ਦੁਨੀਆ ਦੇ ਹੋਰ ਭਾਗਾਂ ਵਿੱਚ ਵੀ ਪ੍ਰਾਪਤ ਹੋਈਆਂ ਹਨ। ਹੋ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਮਨੁੱਖ ਮਰਨ ਤੋਂ ਬਾਅਦ ਦੂਜੀ ਦੁਨੀਆ ਵਿੱਚ ਚਲੇ ਜਾਂਦੇ ਹਨ ਅਤੇ ਉਹਨਾਂ ਨੂੰ ਉੱਥੇ ਵੀ ਆਪਣੀਆਂ ਵਸਤਾਂ ਦੀ ਜ਼ਰੂਰਤ ਪੈਂਦੀ ਹੋਵੇਗੀ। ਇਸ ਲਈ ਮਰਨ ਵਾਲਿਆਂ ਦੀ ਭਾਂਡੇ, ਔਜ਼ਾਰ, ਹਥਿਆਰ ਆਦਿ ਉਹਨਾਂ ਦੇ ਨਾਲ ਹੀ ਦਫਨਾ ਦਿੱਤੇ ਜਾਂਦੇ ਸਨ। ਖੁਦਾਈ ਰਾਹੀਂ ਪ੍ਰਾਪਤ ਹੋਈਆਂ ਇਹਨਾਂ ਵਸਤੂਆਂ ਦੀ ਖੋਜ ਉਸ ਸਮੇਂ ਦੀ ਸੰਸਕ੍ਰਿਤੀ, ਭਾਵ ਉਸ ਸਮੇਂ ਦੇ ਕਲਚਰ ਜਾਣਨ ਬਾਰੇ ਸਹਾਇਤਾ ਕਰਦੀ ਹੈ। ਮਹਾਪਛਾਣ ਕਾਲ ਦੇ ਖੰਡਰ ਕਈ ਸਥਾਨਾਂ ਤੋਂ ਮਿਲਣ, ਜਿਵੇਂ ਮਹਾਰਾਸ਼ਟਰ, ਮਹਾਰਾਸ਼ਟਰ ਵੱਡਾ ਰਾਸ਼ਟਰ, ਤਾਂ ਮਹਾਰਾਸ਼ਟਰ ਦੇ ਆਲੇ ਦੁਆਲੇ। ਤਾਂ ਮਹਾਰਾਸ਼ਟਰ ਵਿੱਚ ਇਨਾਮ ਗਾਓ, ਜਿਹੜਾ ਮਹਾਨ ਕੰਮ ਕਰਦਾ ਉਹਨੂੰ ਕੀ ਮਿਲਦਾ ਗਾ? ਇਨਾਮ। ਤਾਂ ਮਹਾਰਾਸ਼ਟਰ ਵਿੱਚ ਇਨਾਮ ਗਾਓ, ਤਕਲਾ ਘਾਟ ਅਤੇ ਮੋਹਰ ਝੜੀ। ਅਤੇ ਯਾਦ ਕਰਨਾ ਜਿਹੜਾ ਮਹਾਨ ਕੰਮ ਕਰਦਾ ਉਹਨੂੰ ਕੀ ਮਿਲਦਾ ਗਾ? ਇਨਾਮ। ਤਾਂ ਕਿੱਥੇ ਹੁੰਦਾ ਗਾ ਸਭ ਤੋਂ ਮੂਹਰੇ, ਸਭ ਤੋਂ ਅੱਗੇ? ਤਾਂ ਮੋਹਰ ਝੜੀ, ਇਨਾਮ ਗਾਓ, ਤਕਲਾ ਘਾਟ ਅਤੇ ਮੋਹਰ ਝੜੀ। ਅਤੇ ਦੱਖਣੀ ਭਾਰਤ ਵਿੱਚ, ਦੱਖਣੀ ਭਾਰਤ ਭਾਵ ਕਰਨਾਟਕਾ ਵਾਲੇ ਪਾਸੇ, ਕਿਉਂਕਿ ਇਹ ਦੱਖਣ ਪੱਛਮ ਵਾਲੇ ਪਾਸੇ ਹੋਈ ਹੈ।
ਤਾਂ ਮਾਸਕੀ ਕੌਂਪਬੈਲ ਅਤੇ ਬ੍ਰਹਮਗਿਰੀ। ਮਾਸਕੀ, ਕੌਂਪਬੈਲ ਅਤੇ ਬ੍ਰਹਮਗਿਰੀ ਇਹ ਦੱਖਣ ਵਾਲੇ ਪਾਸੇ ਹੋਏ ਨੇ। ਮਾਸਕੀ, ਕੌਂਪਬੈਲ ਅਤੇ ਬ੍ਰਹਮਗਿਰੀ ਇਹ ਤੁਸੀਂ ਯਾਦ ਕਰ ਸਕਦੇ ਹੋ। ਮਹਾਰਾਸ਼ਟਰ ਭਾਵ ਇਨਾਮਗਾঁव, ਮਿਹੁਰਚੜੀ ਅਤੇ ਤਕਲਾ ਘਾਟ। ਦੱਖਣ ਵਾਲੇ ਪਾਸੇ ਕਿਹੜੇ ਸਨ? ਮਾਸਕੀ, ਕੌਂਪਬੈਲ ਅਤੇ ਬ੍ਰਹਮਗਿਰੀ। ਇਹ ਲੋਕ ਕਾਲੇ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਵਰਤਦੇ ਸਨ। ਇਸ ਕਰਕੇ ਇਹਨਾਂ ਨੂੰ ਕਾਲੇ ਅਤੇ ਲਾਲ ਬਰਤਨਾਂ, ਬਲੈਕ ਐਂਡ ਰੈੱਡ ਵੇਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਵਿੱਚ ਕਈ ਤਰ੍ਹਾਂ ਦੇ ਘੜੇ ਅਤੇ ਦੂਜੇ ਬਰਤਨ ਸ਼ਾਮਿਲ ਸਨ। ਕਈ ਬਰਤਨ ਚੱਕ ਉੱਤੇ ਬਣਾਏ ਜਾਂਦੇ ਸਨ। ਤਾਮਿਲਨਾਡੂ ਵਿੱਚ ਕੁਝ ਵੱਡੇ ਵੱਡੇ ਘੜਿਆਂ ਵਿੱਚ ਸਵਾਹ ਅਤੇ ਹੱਡੀਆਂ ਭਰੀਆਂ ਹੋਈਆਂ ਪ੍ਰਾਪਤ ਹੋਈਆਂ ਹਨ। ਤਾਮਿਲਨਾਡੂ ਵਿੱਚ ਲੋਕ ਖੇਤੀਬਾੜੀ ਅਤੇ ਸ਼ਿਕਾਰ ਦੋਵੇਂ ਤਰ੍ਹਾਂ ਦੇ ਕਿੱਤੇ ਕਰਦੇ ਸਨ। ਦਾਤੀ, ਕੁਹਾੜੀ, ਕੁੰਦਾਲ ਵਰਗੇ ਔਜ਼ਾਰਾਂ ਅਤੇ ਚਾਵਲ ਦੀ ਖੋਜ ਤੋਂ ਪਤਾ ਲੱਗਦਾ ਹੈ ਖੇਤੀ ਦਾ ਕਿੱਤਾ ਕਾਫੀ ਉੱਨਤ ਸੀ, ਪਰੰਤੂ ਭਾਲੇ, ਛੁਰੇ, ਤੀਰਾਂ ਦੇ ਨੁਕੀਲੇ ਹਿੱਸੇ ਆਦਿ ਹਥਿਆਰਾਂ ਦੀ ਮਾਤਰਾ ਜ਼ਿਆਦਾ ਹੈ। ਇਸ ਤੋਂ ਪਤਾ ਲੱਗਦਾ ਹੈ ਸ਼ਿਕਾਰ ਜ਼ਿਆਦਾ ਲੋਕਪ੍ਰਿਯ ਸੀ। ਇਸ ਤਰ੍ਹਾਂ ਅਸੀਂ ਨੇ ਇਹ ਸਾਡਾ ਜਿਹੜਾ ਪਾਠ ਨੰਬਰ ਹੈ 13, ਭਾਰਤ 200 ਈਸਵੀ ਪੂਰਵ ਤੋਂ 300 ਈਸਵੀ ਤੱਕ, ਅਸੀਂ ਸਾਤਵਾਹਨਾਂ ਬਾਰੇ ਅਤੇ ਦੱਖਣੀ ਕਲਚਰ ਬਾਰੇ ਕੀਤਾ ਹੈ। ਜਿਸ ਤੋਂ ਅਗਲੀ ਵੀਡੀਓ ਰਾਹੀਂ ਇਸੇ ਪਾਠ ਦਾ ਜੋ ਦੱਖਣੀ ਭਾਰਤ ਹੈ, ਚੌਲ, ਪਾਂਡਿਆ, ਚੇਰ, ਇਹਨਾਂ ਦੇ ਬਾਰੇ ਕਰਾਂਗੇ। ਧੰਨਵਾਦ।